ਉੱਥੇ ਜਿਸ ਤਰ੍ਹਾਂ ਟਕੈਤ ਸਾਹਿਬ ਨੂੰ ਭੇਜ ਕੇ ਸਮਝੌਤੇ ਕਰਾਏ, ਇਹ ਬਹੁਤ ਮਾੜੀ ਗੱਲ ਸੀ, ਕਿਉਂਕਿ ਹਜੇ ਲਵਪ੍ਰੀਤ ਵਰਗਿਆਂ ਦੇ ਸਿਵੇ ਠੰਡੇ ਨਹੀਂ ਹੋਏ। ਤੇ ਬਾਅਦ ਉਹ ਯੋਗਿੰਦਰ ਯਾਦਵ, ਜਿਹਨੂੰ ਮੋਰਚੇ ਦੀ ਕਮਾਂਡ ਹਰ ਥਾਂ ਤੇ ਉਹਨੂੰ ਸੈਂਟਰ ਸਟੇਜ 'ਚ ਰੱਖ ਕੇ ਭਾਉਣੇ, ਉਹ ਸਰਕਾਰ ਦੇ ਨਾਲ ਪਲਾਂਟਡ ਬੰਦਾ। ਸਾਡੇ ਆਪਦੇ ਆ ਤੁਸੀਂ ਤੌਮਤਾਂ ਲਾ ਲਾ, ਮੇਰੇ ਤੇ ਤੌਮਤਾਂ ਲਾ ਲਾ, ਤੁਸੀਂ ਕਦੋਂ ਦੀਆਂ ਇਹ ਗੱਲਾਂ ਕਰੀ ਗਏ? ਗੱਲਾਂ ਨੂੰ ਗੰਭੀਰਤਾ ਨਾਲ ਵਿਚਾਰੋ। ਅਗਲੀ ਗੱਲ ਇਹਨਾਂ ਨੇ ਕਹੀ ਜਦੋਂ ਸਾਡੇ ਨਿਸ਼ਾਨ ਸਾਹਿਬ ਨੂੰ, ਫਿਰ ਇਹਨਾਂ ਨੇ ਇਹ ਕਿਹਾ ਦੇਖੋ ਖਾਲਿਸਤਾਨ ਦਾ ਝੰਡਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ, ਕਿਵੇਂ ਸਾਡੇ ਵਿਰੁੱਧ ਗੱਲਾਂ ਪੈਦਾ ਕੀਤੀਆਂ ਜਾਂਦੀਆਂ। ਫਿਰ ਅਗਲੀ ਗੱਲ 26 ਜਨਵਰੀ ਨੂੰ ਇੱਕ ਐਕਸਪ੍ਰੈਸ਼ਨ ਜ਼ਾਹਰ ਕੀਤਾ ਸੀ, ਜਦੋਂ 1-2 ਦਿਨ ਪਹਿਲਾਂ ਉਹ ਮੁੰਡਾ ਜਿਹੜਾ ਮੰਤਰੀ ਦਾ, ਉਹ ਦਿੱਲੀ ਕਿਸੇ ਫੰਕਸ਼ਨ 'ਚ ਚੀਫ ਗੈਸਟ ਸੀ, ਅੱਜ ਉੱਥੇ ਪੁੱਛਗਿੱਛ ਲਈ ਚਲਾ ਗਿਆ। ਉਹਦੀ FIR ਪੜ੍ਹ ਲਓ, ਇੰਨੀ ਵੀਕ FIR ਆ। ਬੀਇੰਗ ਅ ਲਾਇਰ ਆਮ ਟੈਲਿੰਗ ਯੂ, ਇੰਨੀ ਵੀਕ FIR ਆ ਵੀ ਉਹਦੇ ਤੇ ਕਨਵਿਕਸ਼ਨ ਹੋ ਹੀ ਨਹੀਂ ਸਕਦੀ। ਤੇ ਜਮਾਂ ਐਵੀਡੈਂਸ ਪ੍ਰੋਗਰਾਮ ਦੇਣਾ ਤਾਂ ਉਧਰ ਨੂੰ ਦਿਓ, ਜੇਲ੍ਹ ਭਰਨ ਦਾ ਹੀ ਪ੍ਰੋਗਰਾਮ ਦੇ ਦਿਓ। ਜੇਲ੍ਹਾਂ ਭਰਦੇ ਆ ਜਾ ਕੇ, ਲੋ ਅਸੀਂ ਆਉਣੇ ਆ, ਆਪਾਂ ਜੇਲ੍ਹਾਂ ਭਰਦੇ ਆ, ਕੋਈ ਪ੍ਰੈਸ਼ਰ ਤਾਂ ਪਵੇ ਉਹਨਾਂ ਦਾ। ਅਸੀਂ ਆਪਦੇ ਬੰਦਿਆਂ ਨੂੰ ਹੀ ਤੰਗ ਕਰੀ ਜਾਂਦੇ ਹਾਂ, ਉਧਰੋਂ ਰੇਲਾਂ ਰੁਕਵਾ ਲਾਂਗੇ, ਉਧਰੋਂ ਮੌਨ ਵਰਤ ਰੱਖ ਲਾਂਗੇ, ਉਧਰੋਂ ਅਸੀਂ ਜਿਹੜੇ ਫੁੱਲ ਆ ਉਹਨਾਂ ਦੇ, ਉਹਨਾਂ ਨੂੰ ਲੈ ਕੇ ਦੇਸ਼ ਭਰ 'ਚ ਫਿਰਾਂਗੇ। ਇਹ ਤਾਂ ਕਰੀਏ ਜੇ ਲੋਕਾਂ ਨੂੰ ਪਤਾ ਨਾ ਹੋਵੇ ਜਾਂ ਲੋਕ ਤੁਹਾਡੇ ਨਾਲ ਨਾ ਹੋਣ। ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ। ਅੱਜ ਕੁਝ ਗੰਭੀਰ ਗੱਲਾਂ ਕਰਨੀਆਂ, ਕਿਉਂਕਿ ਜੋ ਹਾਲਾਤ ਬਣਦੇ ਜਾ ਰਹੇ ਆ ਉਹ ਬੜੇ ਸੀਰੀਅਸ ਆ, ਗੰਭੀਰ ਆ, ਤੇ ਸਾਨੂੰ ਉਹਨਾਂ ਪ੍ਰਤੀ ਬੜੇ ਸੁਚੇਤ ਰਹਿਣਾ ਚਾਹੀਦਾ ਤੇ ਬੜੀ ਗੰਭੀਰਤਾ ਨਾਲ ਗੱਲਾਂ ਨੂੰ ਸੋਚਣਾ ਚਾਹੀਦਾ। ਇਸ ਕਰਕੇ ਰੂਬਰੂ ਹੋਏ ਆ। ਜੋ ਹਾਲਾਤ 80 ਦੇ ਦਹਾਕੇ 'ਚ ਬਣੇ ਸੀ, ਜਦੋਂ ਇੰਦਰਾ ਗਾਂਧੀ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ, ਉਸ ਵੇਲੇ ਵੀ ਫਰਸ਼ੀਵਾਦ ਜਾਂ ਫਾਸਿਜ਼ਮ ਜਿਹਨੂੰ ਕਹਿੰਦੇ ਆ, ਉਹਦਾ ਦੌਰ ਆਇਆ ਸੀ ਇੱਕ। ਤੇ ਉਹ ਫਰਸ਼ੀਵਾਦ ਦਾ ਫਿਰ ਖਾਤਮਾ ਕਿੱਥੇ ਜਾ ਕੇ ਹੋਇਆ? 84 'ਚ ਉਹਨੇ ਕਲਮੀਨੇਟ ਇੱਕ ਨਸਲਕੁਸ਼ੀ ਦੇ ਵਰਤਾਰੇ ਤੋਂ ਬਾਅਦ ਕੀਤਾ, ਜਿਸ ਨਸਲਕੁਸ਼ੀ 'ਚ ਹਰ ਕਿਸੇ ਇਸ ਸਟਰਕਚਰ 'ਚ ਕੋਈ ਵੀ ਛੋਟੀ ਵੀ ਯੂਨਿਟ ਆ ਜਿਹੜਾ ਇਸ ਪੂਰੇ ਸਟਰਕਚਰ 'ਚ, ਇਸ ਦੇਸ਼ ਦੇ ਸਟਰਕਚਰ 'ਚ ਉਹਨਾਂ ਨੇ ਭਾਗ ਲਿਆ, ਉਹਨਾਂ ਨੇ ਪਾਰਟਿਸਿਪੇਟ ਕੀਤਾ। ਤੇ ਉਸ ਵੇਲੇ ਸਿੱਖਾਂ ਨੂੰ ਦਰਿੰਦਗੀ ਨਾਲ ਮਾਰਿਆ ਗਿਆ, ਲੱਭ ਮਾਰਿਆ ਗਿਆ, ਗਲਾਂ 'ਚ ਸਾਡੇ ਟਾਇਰ ਪਾਏ ਗਏ, ਹਨਾ, ਜਲਾਏ ਗਏ, ਪੈਟਰੋਲ ਪਾਏ ਗਏ। ਸੋ ਉਹ ਹਾਲਾਤ 80 ਦੇ ਦਹਾਕੇ 'ਚ ਵਾਪਰੇ ਸੀ। ਅੱਜ ਜਿਹੜੇ ਹਾਲਾਤ ਬਣਦੇ ਜਾ ਰਹੇ ਆ, ਇਹ ਉਸੇ ਤਰ੍ਹਾਂ ਦੇ ਹਾਲਾਤ ਆ। ਇਹ ਤਣਾਅ ਤੇ ਟਕਰਾਅ ਜਿਹੜਾ ਪੈਦਾ ਹੋ ਰਿਹਾ ਨਾ, ਅਸੀਂ ਇਹਨਾਂ ਗੱਲਾਂ ਨੂੰ ਬੜੇ ਗੰਭੀਰਤਾ ਨਾਲ ਵਿਚਾਰੀਏ। ਔਰ ਇੱਕ ਜਸਟਿਸ ਚੰਦਰਚੂੜ ਦੀ ਸਟੇਟਮੈਂਟ ਆਈ ਸੀ ਸੁਪਰੀਮ ਕੋਰਟ ਦੇ ਜੱਜ ਆ, ਵੀ ਇਹ ਡਿਊਟੀ ਬਣ ਜਾਂਦੀ ਆ ਇੰਟੈਲੈਕਚੁਅਲਸ ਦੀ ਜਾਂ ਕੁਛ ਉਹਨਾਂ ਬੰਦਿਆਂ ਦੀ ਜਿਹੜੇ ਕੁਛ ਗੱਲ ਨੂੰ ਸਮਝਦੇ ਆ, ਜਾਂ ਇਸ ਸਿਵਲ ਸੁਸਾਇਟੀ 'ਚ ਰਹਿੰਦੇ ਹੋਏ ਕੁਛ ਬੰਦਿਆਂ ਦੀ, ਵੀ ਜਦੋਂ ਸਟੇਟ ਸਾਡੇ ਤੇ ਜ਼ੁਲਮ ਕਰਦੀ ਆ ਜਾਂ ਸਟੇਟ ਟੈਰਰ ਕ੍ਰੀਏਟ ਕਰਦੀ ਆ ਸਾਡੇ ਮਨਾਂ 'ਚ, ਤਾਂ ਫਿਰ ਅਸੀਂ ਅੱਗੇ ਆ ਕੇ ਬੋਲੀਏ, ਆਵਾਜ਼ ਬੁਲੰਦ ਕਰੀਏ ਤੇ ਫਿਰ ਸਟੇਟ ਨੂੰ ਇਹਨਾਂ ਕੰਮਾਂ ਤੋਂ ਰੋਕੀਏ। ਇਹ ਡਿਊਟੀ ਬਣ ਜਾਂਦੀ ਆ। ਸੋ ਸੁਪਰੀਮ ਕੋਰਟ ਦੇ ਸੀਨੀਅਰ ਮੋਸਟ ਇੱਕ ਜਿਹੜੇ ਜੱਜ ਆ, ਵਨ ਆਫ ਦ ਸੀਨੀਅਰ ਮੋਸਟ, ਜਸਟਿਸ ਚੰਦਰਚੂੜ ਨੇ ਵੀ ਇਹ ਸਟੇਟਮੈਂਟ ਦਿੱਤੀ ਸੀ। ਹੁਣ ਜੇ ਆਪਾਂ ਅੱਜ ਜਿਹੜੀ ਗੱਲ ਕਰਨੀ ਆ, ਉਹ ਗੱਲ ਕਰਨੀ ਆ ਲਖੀਮਪੁਰ ਤੋਂ ਸ਼ੁਰੂ, ਜਾਂ ਉਦੋਂ ਪਹਿਲਾਂ ਆਪਾਂ ਇਹ ਕਹਿ ਲਈਏ ਵੀ BD ਪਾਂਡੇ ਇੱਕ ਗਵਰਨਰ ਸੀ ਪੰਜਾਬ ਦੇ, ਇਨ ਦ ਸਰਵਿਸ ਆਫ ਫ੍ਰੀ ਇੰਡੀਆ। ਉਹਨਾਂ ਨੇ ਕਿਤਾਬ ਲਿਖੀ ਤੇ ਉਸ ਕਿਤਾਬ ਨੂੰ 5 ਸਾਲਾਂ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਪਬਲਿਸ਼ ਕੀਤਾ। ਜੇ ਤੁਸੀਂ ਉਹਦੇ ਨੋਟਸ ਪੜ੍ਹੋਗੇ, ਉਹਦੇ 'ਚ ਬੜਾ ਕਲੀਅਰ ਕੱਟ ਉਹਨਾਂ ਨੇ ਇਹ ਲਿਖਿਆ ਹੋਇਆ ਵੀ 80 ਦੇ ਦਹਾਕੇ 'ਚ ਇੰਦਰਾ ਗਾਂਧੀ ਨੇ, ਇੰਡੀਅਨ ਸਟੇਟ ਨੇ ਤੇ ਕੁਛ ਉਸ ਵੇਲੇ ਦੀ ਪ੍ਰੈਸ ਨੇ ਸਿੱਖਾਂ ਦੇ ਅਗੇਂਸਟ ਮੈਜੋਰਿਟੀ ਨੂੰ, ਮੈਜੋਰਿਟੀ ਕੌਣ ਆ ਹੁਣ ਇਸ ਦੇਸ਼ 'ਚ, ਮੈਜੋਰਿਟੀ ਨੂੰ ਭੜਕਾਇਆ, ਸਿੱਖਾਂ ਨੂੰ ਬਦਨਾਮ ਕੀਤਾ, ਸਿੱਖਾਂ ਨੂੰ ਟਾਰਗੇਟ ਕੀਤਾ। ਤੇ ਫਿਰ ਗੱਲ ਕਿੱਥੇ ਜਾ ਕੇ ਰੁਕੀ ਹੈ ਸਾਨੂੰ ਸਭ ਨੂੰ ਪਤਾ। ਫਿਰ ਅਸੀਂ ਘੱਲੂਘਾਰਾ ਵੀ ਸਹਿਆ ਤੇ ਅਸੀਂ ਸਾਡੀ ਨਸਲਕੁਸ਼ੀ ਵੀ ਸਹੀ। ਅੱਜ ਗੱਲ ਕਿੱਥੇ ਆ ਰਹੀ ਆ? ਜਿਹੜੀ ਅੱਜ ਸਰਕਾਰ ਨਾਲ ਸਾਡਾ ਮੱਥਾ ਲੱਗਿਆ BJP ਨਾਲ, ਇਹ ਵੀ ਕੋਈ ਨਾਰਮਲ ਸਰਕਾਰ ਨਹੀਂ ਆ ਵੀ ਵਿੱਚ ਕੋਈ ਜਿਵੇਂ ਨਾਰਮਲ ਇੱਕ ਪਾਰਲੀਮੈਂਟਰੀ ਸਪੇਸ ਦੀ ਕੋਈ ਸਰਕਾਰ ਹੋਵੇ ਤੇ ਉਸ ਸਰਕਾਰ ਨਾਲ ਅਸੀਂ ਖਹਿ ਰਹੇ ਹੋਈਏ ਜਾਂ ਮੱਥਾ ਲਾ ਰਹੇ ਹੋਈਏ। ਇਹ ਵੀ ਇੱਕ ਫਾਸਿਸਟ, ਮੈਂ ਫੇਰ ਕਹਿੰਦਾ ਫਰਸ਼ੀਵਾਦ
ਜਿਹੜਾ ਉਹ ਕ੍ਰੀਏਟ ਕਰ ਰਹੀ ਆ, ਉਹਨੂੰ ਦਿਨ ਬ ਦਿਨ ਇੱਥੇ ਪੈਦਾ ਕੀਤਾ ਜਾ ਰਿਹਾ। ਤੇ ਇਸ ਬੀਜੇਪੀ ਸਰਕਾਰ ਨੇ ਫਾਸਿਸਟ ਕਨਸਟੀਟਿਊਂਸੀ ਆਪਦੀ ਪੈਦਾ ਕਰ ਲਈ। ਤੇ ਹੋ ਕੀ ਰਿਹਾ? ਹੋ ਇਹ ਰਿਹਾ ਵੀ ਲਖੀਮਪੁਰ ਜਿਹੜੇ ਢੰਗ ਨਾਲ ਸਾਡੇ ਬੰਦੇ ਅਕਾਲ ਚਲਾਣਾ ਕਰ ਗਏ, ਇਹਨਾਂ ਨੇ ਸਾਡੇ ਬੰਦੇ ਗੱਡੀਆਂ ਹੇਠਾਂ ਦੇ ਕੇ ਮਾਰੇ, ਤੇ ਫਿਰ ਮੀਡੀਆ ਕਿਵੇਂ ਉਹਨਾਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ। ਇੱਕ ਸਾਡੇ ਉੱਥੇ ਮੁੰਡੇ ਨੇ ਟੀ-ਸ਼ਰਟ ਪਾਈ ਸੀ ਜਿਹਦੇ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਸੀ। ਅਸੀਂ ਸਾਰਿਆਂ ਨੇ ਦੇਖਿਆ ਵੀ ਕਿਵੇਂ ਸਾਨੂੰ ਫਿਰ ਉਸੇ ਤਰ੍ਹਾਂ ਟੈਰਰਿਸਟ ਕਹਿ ਕੇ ਪ੍ਰੋਜੈਕਟ ਕਰ ਰਹੇ ਆ। ਜਿਹੜੇ ਸ਼ਖਸੀਅਤ ਨੂੰ ਦਰਬਾਰ ਸਾਹਿਬ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ 20ਵੀਂ ਸਦੀ ਦਾ ਮਹਾਨ ਜਰਨੈਲ, 20ਵੀਂ ਸਦੀ ਦਾ ਸ਼ਹੀਦ, ਇੱਕ ਮਹਾਨ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ ਹੋਵੇ, ਜਦੋਂ ਦਰਬਾਰ ਸਾਹਿਬ 'ਚ ਜਿੱਥੇ ਸ਼੍ਰੀ ਗੁਰੂ ਰਾਮਦਾਸ ਜੀ ਦੀ, ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ, ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਗ੍ਹਾ, ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਵੀ ਜਗ੍ਹਾ ਬਣੀ ਆ। ਇਹਦਾ ਮਤਲਬ ਸਾਰੀ ਸਿੱਖ ਕੌਮ ਨੇ ਉਹਨਾਂ ਨੂੰ, ਜਾਂ ਪੰਜਾਬ ਨੇ ਉਹਨਾਂ ਨੂੰ ਸੰਤ ਦਾ ਦਰਜਾ ਦੇ ਕੇ ਤੇ ਉਹਨਾਂ ਨੂੰ ਇਸ ਗੱਲ ਨਾਲ ਨਵਾਜ਼ਿਆ ਵੀ ਇਹ 20ਵੀਂ ਸਦੀ ਦਾ ਇੱਕ ਮਹਾਨ ਸ਼ਹੀਦ ਆ ਸਾਡੇ। ਹੁਣ ਜੇ ਤੁਸੀਂ ਇਹ ਕਹੋ ਵੀ ਉਹ ਟੈਰਰਿਸਟ ਆ, ਫਿਰ ਤਾਂ ਅਸੀਂ ਸਾਰੇ ਟੈਰਰਿਸਟ ਹੋ ਗਏ, ਫਿਰ ਸਾਨੂੰ ਐਲਾਨੀ ਜਾਓ ਤੁਸੀਂ ਦੇਸ਼ ਵਿਰੋਧੀ। ਤੁਹਾਡਾ ਕੰਮ ਇਹ 80s 'ਚ ਵੀ ਇਹਨਾਂ ਨੇ ਇਹੀ ਕੰਮ ਕੀਤਾ ਸੀ, ਹੁਣ ਵੀ ਇਹੀ ਕੰਮ ਕਰ ਰਹੇ ਆ। ਸਾਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਸਵਾਲ ਖੜਾ ਕਰਕੇ, ਸਾਨੂੰ ਉਹਦੇ 'ਚ ਮਾੜਾ ਬਣਾ ਕੇ, ਤੇ ਸਾਡੇ ਨਾਲ ਮੁੜ ਕੇ ਜੋ ਧੱਕੇ ਕਰਦੇ ਆ ਜਾਂ ਸਿਸਟਮ 'ਚ ਸਾਡੇ ਵਿਰੁੱਧ ਇੱਕ ਜਿਹੜਾ ਜੈਨੋਸਾਈਡ ਇਨਸਟਿੰਕਟ ਪੈਦਾ ਕੀਤੀ ਜਾਂਦੀ ਆ, ਉਹ 80s 'ਚ ਅਸੀਂ ਭੁਗਤ ਚੁੱਕੇ ਹਾਂ ਤੇ ਅੱਜ ਫੇਰ ਉਧਰ ਨੂੰ ਜਾ ਰਹੀ ਆ ਗੱਲ। ਇਸ ਕਰਕੇ ਸਾਡੀ ਸਭ ਤੋਂ ਵੱਡੀ ਜ਼ਰੂਰਤ ਬਣ ਜਾਂਦੀ ਆ, ਜਿਹੜੇ ਸਾਡੇ ਸਿੱਖ ਸਕਾਲਰ ਆ, ਜਾਂ ਜਿਹੜੇ ਸਾਡੇ ਪੰਜਾਬ ਦੇ ਇੰਟੈਲੈਕਚੁਅਲਸ ਆ, ਜਾਂ ਸਾਡੇ ਉਹ ਬੰਦੇ ਸਿਵਲ ਸੁਸਾਇਟੀ ਦੇ ਜਿਹੜੇ ਪੰਜਾਬ ਤੋਂ ਬਾਹਰ ਵੀ ਬੈਠੇ ਆ, ਜਿਹੜੇ ਇਹ ਗੱਲ ਮੰਨਦੇ ਆ ਵੀ ਇੱਥੇ ਜਿਹੜੀ ਡਾਇਵਰਸਿਟੀ ਆ ਇਸ ਦੇਸ਼ 'ਚ, ਵਿਆਪਕਤਾ, ਇਹਨੂੰ ਰੱਖ ਕੇ ਅਸੀਂ ਇੱਕ ਦੂਜੇ ਨਾਲ ਪਿਆਰ ਨਾਲ ਰਹੀਏ। ਉਹਨਾਂ ਬੰਦਿਆਂ ਦੀ ਡਿਊਟੀ ਬਣ ਜਾਂਦੀ ਆ ਵੀ ਅਸੀਂ ਸਿਰ ਜੋੜ ਕੇ ਬੈਠੀਏ, ਇਸ ਪੂਰੇ ਮਾਹੌਲ ਨੂੰ ਵਿਚਾਰੀਏ, ਇਸ ਤਣਾਅ ਤੇ ਟਕਰਾਅ ਜਿਸ ਤਰ੍ਹਾਂ ਪੈਦਾ ਕੀਤਾ ਜਾ ਰਿਹਾ, ਇਸ ਗੱਲ ਨੂੰ ਸਮਝੀਏ ਤੇ ਫਿਰ ਇਹਦੇ ਤੇ ਬ੍ਰੇਨਸਟਾਰਮ ਕਰਕੇ ਕੋਈ ਹੱਲ ਕੱਢੀਏ। ਨਹੀਂ ਤਾਂ ਜਿੱਧਰ ਨੂੰ ਗੱਲ ਜਾ ਰਹੀ ਆ, ਤੁਸੀਂ ਵੇਖੋ ਲਖੀਮਪੁਰ 'ਚ ਬੰਦੇ ਇਹਨਾਂ ਨੇ ਮਾਰੇ। ਟੈਰਰ ਇਹ ਕ੍ਰੀਏਟ ਕਰਦੇ ਆ ਸਾਡੇ ਮਨਾਂ 'ਚ, ਇਹ ਟੈਰਰ ਕ੍ਰੀਏਟ ਕਰਦੇ ਆ। ਟੈਰਰ ਕੀ ਕ੍ਰੀਏਟ ਕਰਦੇ ਆ? ਇਹਨਾਂ ਨੇ ਗੱਡੀਆਂ ਨੂੰ ਹਥਿਆਰ ਵਜੋਂ ਵਰਤਿਆ ਤੇ ਜਮਾਂ ਬਿਨਾਂ ਕਿਸੇ ਪ੍ਰੋਵੋਕੇਸ਼ਨ ਦੇ ਜਦੋਂ ਸਾਡੇ ਬੰਦੇ ਮੁਜ਼ਾਹਰਾ ਕਰਕੇ ਆਪਦਾ ਵਾਪਸ ਜਾ ਰਹੇ ਸੀ, ਉਹਨਾਂ ਦੇ ਉੱਤੋਂ ਦੀ ਗੱਡੀਆਂ ਚੜਾਤੀਆਂ। ਸੋ ਟੈਰਰਿਸਟ ਕੀ ਹੁੰਦਾ? ਟੈਰਰਿਸਟ ਉਹੀ ਹੁੰਦਾ ਨਾ ਜਿਹੜਾ ਲੋਕਾਂ ਦੇ ਮਨਾਂ 'ਚ ਟੈਰਰ ਕ੍ਰੀਏਟ ਕਰਦਾ। ਇਹ ਤਾਂ ਸਰਕਾਰ ਦੇ ਬੰਦੇ ਕਰ ਰਹੇ ਆ। 2 ਦਿਨ ਪਹਿਲਾਂ ਉਹ ਮੁੰਡਾ ਜਿਹੜਾ ਮੰਤਰੀ ਦਾ, ਉਹ ਦਿੱਲੀ ਕਿਸੇ ਫੰਕਸ਼ਨ 'ਚ ਚੀਫ ਗੈਸਟ ਸੀ, ਅੱਜ ਉੱਥੇ ਪੁੱਛਗਿੱਛ ਲਈ ਚਲਾ ਗਿਆ। ਉਹਦੀ FIR ਪੜ੍ਹ ਲਓ, ਇੰਨੀ ਵੀਕ FIR ਆ। ਬੀਇੰਗ ਅ ਲਾਇਰ ਆਈ ਐਮ ਟੈਲਿੰਗ ਯੂ, ਇੰਨੀ ਵੀਕ FIR ਆ ਵੀ ਉਹਦੇ ਤੇ ਕਨਵਿਕਸ਼ਨ ਹੋ ਹੀ ਨਹੀਂ ਸਕਦੀ। ਤੇ ਜਮਾਂ ਐਵੀਡੈਂਸ ਸਾਹਮਣੇ ਪਿਆ, ਜਮਾਂ ਕਲੀਅਰ ਕੱਟ ਗੱਲ ਆ ਵੀ ਸਾਡੇ ਬੰਦੇ ਇਹਨਾਂ ਨੇ ਕਿਸੇ ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਜਾ ਕੇ ਮਾਰੇ। ਸੋ ਅਸੀਂ ਜਿਹੜੀ ਸਰਕਾਰ ਨਾਲ ਪੰਗਾ ਲਈ ਬੈਠੇ ਆ ਨਾ, ਉਹ ਸਰਕਾਰ ਇੱਕ ਫਾਸਿਸਟ ਸਰਕਾਰ ਆ, ਇੱਕ ਫਰਸ਼ੀਵਾਦੀ ਸਰਕਾਰ ਆ। ਇਹਦੇ ਖਿਲਾਫ ਜਦੋਂ ਲੜਨਾ, ਸਾਡੇ ਆਗੂਆਂ ਨੂੰ ਵੀ ਮੇਰੀ ਬੇਨਤੀ ਆ, ਤੁਸੀਂ ਮੇਰੀਆਂ ਗੱਲਾਂ ਨੂੰ ਹਰ ਵਾਰ ਨੈਗੇਟਿਵ ਵੇ 'ਚ ਲੈ ਜਾਂਦੇ ਹੋ। ਮੇਰੀ ਬੇਨਤੀ ਆ ਤੁਹਾਨੂੰ ਵੀ ਹੁਣ ਤਾਂ ਅਸੀਂ ਕਿਸੇ ਨੂੰ ਪ੍ਰਵੋਕ ਨਹੀਂ ਕੀਤਾ ਸੀ, ਹੁਣ ਤਾਂ ਕਿਸੇ ਤਰ੍ਹਾਂ ਦਾ ਭੜਕਾਹਟ ਨਹੀਂ ਸੀ, ਨਾ ਕੋਈ ਸਾਡਾ ਬੰਦਾ ਵਾਇਲੈਂਸ ਕਰ ਰਿਹਾ ਸੀ। ਹੁਣ ਤਾਂ ਅਸੀਂ ਜਮਾਂ ਨਾਨ ਵਾਇਲੈਂਟ ਜਾਬਤੇ 'ਚ ਸੀ ਤੇ ਫਿਰ ਵੀ ਸਾਨੂੰ ਮਾਰ ਗਏ। ਸਾਡੇ ਤੇ ਪਹਿਲਾਂ ਸਾਡੇ ਆਗੂਆਂ ਦੇ ਮੂੰਹੋਂ ਇਹਨਾਂ ਨੇ ਇਹ ਗੱਲਾਂ ਕਹਾਈਆਂ ਵੀ ਨਿਸ਼ਾਨ ਸਾਹਿਬ ਲਾ ਦਿਓ, ਨਿਹੰਗ ਸਿੰਘ ਜਥੇਬੰਦੀਆਂ ਵਾਪਸ ਚਲੀਆਂ ਜਾਣ ਉੱਥੋਂ। ਇਸ ਗੱਲ ਤੋਂ ਬਾਅਦ ਅਗਲੀ ਗੱਲ ਇਹਨਾਂ ਨੇ ਕਹੀ ਜਦੋਂ ਸਾਡੇ ਨਿਸ਼ਾਨ ਸਾਹਿਬ ਨੂੰ, ਫਿਰ ਇਹਨਾਂ ਨੇ ਇਹ ਕਿਹਾ ਦੇਖੋ ਖਾਲਿਸਤਾਨ ਦਾ ਝੰਡਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ, ਕਿਵੇਂ ਸਾਡੇ ਵਿਰੁੱਧ ਗੱਲਾਂ ਪੈਦਾ ਕੀਤੀਆਂ ਜਾਂਦੀਆਂ। ਫਿਰ ਅਗਲੀ ਗੱਲ 26 ਜਨਵਰੀ ਨੂੰ ਇੱਕ ਐਕਸਪ੍ਰੈਸ਼ਨ ਜ਼ਾਹਰ ਕੀਤਾ ਅਸੀਂ, ਜਦੋਂ ਇੱਕ ਖਾਲੀ ਪੋਲ ਤੇ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਲਾਇਆ, ਉਦੋਂ ਇਹ ਗੱਲ ਪ੍ਰਚਾਰੀ ਗਈ ਵੀ ਤੁਹਾਡੇ ਤੇ ਤਾਂ ਨਸਲਕੁਸ਼ੀ ਹੋ ਜਾਣੀ ਸੀ, ਵੀ ਜਦੋਂ ਤੁਸੀਂ ਝੰਡੇ ਜਾ ਕੇ ਹਾਈ ਕੋਰਟ ਤੇ ਲਾ ਦਿੰਦੇ ਹੋ, ਤਾਂ ਇੱਕ ਇਸ ਦੇਸ਼ ਦਾ ਜਿੱਥੇ ਕਾਨੂੰਨ ਨੂੰ ਪ੍ਰੋਟੈਕਟ ਕੀਤਾ ਜਾਂਦਾ ਇੰਸਟੀਟਿਊਸ਼ਨ ਆ, ਉੱਥੇ ਤੁਹਾਡੇ ਤੇ ਤਾਂ ਨਸਲਕੁਸ਼ੀ ਦਾ ਸਵਾਲ ਨਹੀਂ ਖੜਾ ਹੁੰਦਾ। ਜਦ ਤੁਸੀਂ ਜਦੋਂ ਬੰਦਿਆਂ ਨੂੰ ਮਾਰਦੇ ਹੋ, ਤੁਹਾਡੇ ਤੇ ਨਸਲਕੁਸ਼ੀ ਦਾ ਸਵਾਲ ਨਹੀਂ ਖੜਾ ਹੁੰਦਾ, ਤੇ ਸਾਡੇ ਤੇ ਹੀ ਨਸਲਕੁਸ਼ੀ ਦਾ ਸਵਾਲ ਖੜਾ ਹੋਣਾ। ਫਿਰ ਤੁਸੀਂ ਦੱਸੋ ਵੀ ਸਾਡੀ ਵਫਾਦਾਰੀ ਕਿਹਦੇ ਪ੍ਰਤੀ ਹੋਣੀ ਚਾਹੀਦੀ ਆ? ਹੁਣ ਜੇ ਤੁਸੀਂ ਸਾਨੂੰ ਦੇਸ਼ ਵਿਰੋਧੀ ਐਲਾਨਣਾ, ਐਲਾਨੀ ਜਾਓ, ਮਾਰੀ ਜਾਓ ਸਾਨੂੰ, ਫਿਰ ਇਹੀ ਕੰਮ ਕਰ ਸਕਦੇ ਹੋ। ਇਸ ਕਰਕੇ ਸਾਡੇ ਆਗੂਆਂ ਨੂੰ ਵੀ ਮੇਰਾ
ਇੱਕ ਸਵਾਲ ਵੀ ਆ ਤੇ ਬੇਨਤੀ ਆ ਵੀ ਪਹਿਲੀ ਗੱਲ ਉੱਥੇ ਜਿਸ ਤਰ੍ਹਾਂ ਟਕੈਤ ਸਾਹਿਬ ਨੂੰ ਭੇਜ ਕੇ ਸਮਝੌਤੇ ਕਰਾਏ, ਇਹ ਬਹੁਤ ਮਾੜੀ ਗੱਲ ਸੀ, ਕਿਉਂਕਿ ਹਜੇ ਲਵਪ੍ਰੀਤ ਅਰਗਿਆਂ ਦੇ ਸਿਵੇ ਠੰਡੇ ਨਹੀਂ ਹੋਏ ਤੇ ਅਸੀਂ ਉਹ ਜਿਹੜੇ ਉੱਥੇ ਸਾਡੇ ਬੰਦੇ ਸੰਘਰਸ਼ ਕਰ ਰਹੇ ਸੀ, ਉਹ 3 ਕਾਨੂੰਨਾਂ ਨੂੰ ਰੱਦ ਕਰਾਉਣ ਦਾ ਸੰਘਰਸ਼ ਕਰ ਰਹੇ ਸੀ, ਉਹ 45 ਲੱਖ ਲੈਣ ਦਾ ਸੰਘਰਸ਼ ਨਹੀਂ ਕਰ ਰਹੇ ਸੀ। ਔਰ ਇੰਨੇ ਕੁ ਜੋਗੇ ਅਸੀਂ ਹੈਗੇ ਆ, ਜੇ ਅਸੀਂ 1 ਸਾਲ ਅੰਦੋਲਨ ਚਲਾ ਸਕਦੇ ਆ ਤਾਂ ਸਾਡੀ ਜਿਹੜੇ ਪੰਜਾਬੀ ਆ ਉਹ ਮੈਨੂੰ ਲੱਗਦਾ 45 ਲੱਖ ਵੀ ਦੇ ਸਕਦੇ ਆ ਜੀ। ਅਸੀਂ ਦੇ ਸਕਦੇ ਆ ਆਪਦੇ ਬੰਦਿਆਂ ਨੂੰ, ਜੇ ਪਰਿਵਾਰਾਂ ਦੇ ਨਾਲ ਖੜਨ ਦੀ ਗੱਲ ਆ ਤੇ ਅਸੀਂ ਖੜੇ ਆ ਪਰਿਵਾਰਾਂ ਦੇ ਨਾਲ। ਪਰ ਜਿਹੜਾ ਅੱਧੇ ਘੰਟੇ 'ਚ ਤੁਹਾਨੂੰ ਇਹ ਲੱਗਿਆ ਵੀ ਉਹ ਉਹਨਾਂ ਦੇ ਹੰਝੂ ਆ ਗਏ ਤੇ ਉਹ ਹੀਰੋ ਬਣ ਗਿਆ, ਉਹ ਅੱਧੇ ਘੰਟੇ 'ਚ ਹੀਰੋ ਬਣਾਇਆ ਗਿਆ। ਉਦੋਂ ਬਾਅਦ ਉਹ ਯੋਗਿੰਦਰ ਯਾਦਵ ਜਿਹਨੂੰ ਮੋਰਚੇ ਦੀ ਕਮਾਂਡ ਹਰ ਥਾਂ ਤੇ ਉਹਨੂੰ ਸੈਂਟਰ ਸਟੇਜ 'ਚ ਰੱਖ ਕੇ ਭਾਉਣੇ, ਉਹ ਸਰਕਾਰ ਦੇ ਨਾਲ ਪਲਾਂਟਡ ਬੰਦਾ। ਸਾਡੇ ਆਪਦਿਆਂ 'ਚ ਤੁਸੀਂ ਤੌਮਤਾਂ ਲਾ ਲਾ, ਮੇਰੇ ਤੇ ਤੌਮਤਾਂ ਲਾ ਲਾ, ਤੁਸੀਂ ਕਦੋਂ ਦੀਆਂ ਇਹ ਗੱਲਾਂ ਕਰੀ ਗਏ? ਗੱਲਾਂ ਨੂੰ ਗੰਭੀਰਤਾ ਨਾਲ ਵਿਚਾਰੋ। ਅਸੀਂ ਕਿਸੇ ਨਾਰਮਲ ਕਿਸੇ ਲੀਡਰਸ਼ਿਪ ਨਾਲ ਜਾਂ ਨਾਰਮਲ ਇੱਕ ਜਿਹੜੀ ਕਹੀਏ ਵੀ ਰਾਜ ਕਰ ਰਹੀ ਧਿਰ ਨਾਲ ਮੱਥਾ ਨਹੀਂ ਲਾਇਆ, ਅਸੀਂ ਫਾਸਿਸਟ ਫਰਸ਼ੀਵਾਦ ਧਿਰ ਨਾਲ ਮੱਥਾ ਲਾਈ ਬੈਠੇ ਆ। ਜਦੋਂ ਤੱਕ ਅਸੀਂ ਸਮਝਾਂਗੇ ਨਹੀਂ ਵੀ ਚੱਲ ਕੀ ਰਿਹਾ, ਪਛਾਣਾਂਗੇ ਨਹੀਂ, ਤੇ ਅਸੀਂ ਫੇਰ ਮਾਤ ਖਾ ਜਾਾਂਗੇ। ਇਸ ਕਰਕੇ ਇਹ ਗੱਲਾਂ ਮੇਰੀਆਂ ਅੱਜ ਕਰਨੀਆਂ ਜ਼ਰੂਰੀਆਂ ਸੀ। ਸਾਡੇ ਆਗੂਆਂ ਨੂੰ ਮੇਰੀ ਬੇਨਤੀ ਇਹ ਹੈ ਵੀ ਤੁਸੀਂ ਫੇਰ ਇੱਕ ਵਾਰੀ ਪ੍ਰੋਗਰਾਮ ਦੇਤੇ ਵੀ ਐਂ ਕਰੋ, ਆਪਾਂ 19 ਤਰੀਕ ਨੂੰ ਜਾਂ ਜਿਹੜੀ ਵੀ ਤਰੀਕ 18 ਜਾਂ 19 ਨੂੰ ਆਪਾਂ ਰੇਲਾਂ ਰੋਕਾਂਗੇ, ਜਾਂ ਆਪਾਂ ਉਸੇ ਤਰ੍ਹਾਂ ਉਹਨਾਂ ਦੀਆਂ ਫੁੱਲ ਲੈ ਕੇ ਦੇਸ਼ ਭਰ 'ਚ ਜਾਵਾਂਗੇ। ਠੀਕ ਆ, ਤੁਸੀਂ ਪ੍ਰੋਗਰਾਮ ਦੇਤੇ, ਤੁਹਾਨੂੰ ਲੱਗਦਾ ਇਸ ਗੱਲ ਨੇ ਫਰਕ ਪਾਉਣਾ, ਤੁਹਾਡੇ ਨਾਲ ਆ। ਪਰ ਇੱਕ ਗੱਲ ਤੁਸੀਂ ਇਹ ਗੱਲ ਸਮਝੋ ਵੀ ਅਸੀਂ ਰੇਲਾਂ ਵੀ ਪਹਿਲਾਂ ਰੋਕੀ ਬੈਠੇ ਆ। ਅਸੀਂ ਇਸ ਗੱਲ ਲਈ ਵੀ ਅੱਜ ਲੋਕ ਤਿਆਰ ਆ ਵੀ ਲੋਕਾਂ ਨੂੰ ਪਤਾ ਵੀ ਗਲਤ ਕੀਤਾ ਸਰਕਾਰ ਨੇ, ਤੇ ਲੋਕ ਤੁਹਾਡੇ ਨਾਲ ਆ, ਸਾਰੇ ਦੇਸ਼ ਦੇ ਲੋਕ ਤੁਹਾਡੇ ਨਾਲ ਆ। ਇਸ ਅੰਦੋਲਨ 'ਚ ਪੋਟੈਂਸ਼ੀਅਲ ਸੀਗਾ ਵੀ ਅਸੀਂ ਦਿੱਲੀ ਨੂੰ ਕਿਸੇ ਤਰ੍ਹਾਂ ਪ੍ਰੈਸ਼ਰ ਅਧੀਨ ਲੈ ਕੇ ਆ ਸਕੀਏ। ਪ੍ਰੋਗਰਾਮ ਦੇਣਾ ਤਾਂ ਉਧਰ ਨੂੰ ਦਿਓ, ਜੇਲ੍ਹ ਭਰਨ ਦਾ ਹੀ ਪ੍ਰੋਗਰਾਮ ਦੇ ਦਿਓ। ਜੇਲ੍ਹਾਂ ਭਰਦੇ ਆ ਜਾ ਕੇ, ਲੋ ਅਸੀਂ ਆਉਣੇ ਆ, ਆਪਾਂ ਜੇਲ੍ਹਾਂ ਭਰਦੇ ਆ, ਕੋਈ ਪ੍ਰੈਸ਼ਰ ਤਾਂ ਪਵੇ ਉਹਨਾਂ ਦਾ। ਅਸੀਂ ਆਪਦੇ ਬੰਦਿਆਂ ਨੂੰ ਹੀ ਤੰਗ ਕਰੀ ਜਾਂਦੇ ਆ, ਉਧਰੋਂ ਰੇਲਾਂ ਰੁਕਵਾ ਲਾਂਗੇ, ਉਧਰੋਂ ਮੌਨ ਵਰਤ ਰੱਖ ਲਾਂਗੇ, ਉਧਰੋਂ ਅਸੀਂ ਜਿਹੜੇ ਫੁੱਲ ਆ ਉਹਨਾਂ ਦੇ ਉਹਨਾਂ ਨੂੰ ਲੈ ਕੇ ਦੇਸ਼ ਭਰ 'ਚ ਫਿਰਾਂਗੇ। ਇਹ ਤਾਂ ਕਰੀਏ ਜੇ ਲੋਕਾਂ ਨੂੰ ਪਤਾ ਨਾ ਹੋਵੇ ਜਾਂ ਲੋਕ ਤੁਹਾਡੇ ਨਾਲ ਨਾ ਹੋਣ। ਸੋ ਮੇਰੀ ਤਾਂ ਬੇਨਤੀ ਆ, ਮੈਂ ਹਮੇਸ਼ਾ ਵਾਰ-ਵਾਰ ਇਸੇ ਕਰਕੇ ਤੁਹਾਨੂੰ ਬੇਨਤੀ ਕਰ ਰਿਹਾ ਵੀ ਇਸ ਗੱਲ ਨੂੰ ਨੈਗੇਟਿਵ ਢੰਗ 'ਚ ਨਾ ਲੈ ਕੇ ਜਾਇਓ। ਲੋਕਾਂ 'ਚ ਰੋਸ ਆ, ਲੋਕਾਂ 'ਚ ਰੋਹ ਵੀ ਆ, ਕਰਨਾਲ ਵੀ ਲੋਕਾਂ 'ਚ ਰੋਹ ਸੀ, ਇਸ ਲਖੀਮਪੁਰ ਕਰਕੇ ਵੀ ਲੋਕਾਂ 'ਚ ਰੋਹ ਆ। ਤੇ ਸੰਘਰਸ਼ ਦੀ ਜਿਹੜੀ ਇੱਕ ਜ਼ਰੂਰਤ ਹੁੰਦੀ ਆ ਉਹ ਇਹੀ ਹੁੰਦੀ ਆ ਵੀ ਲੋਕਾਂ 'ਚ ਰੋਹ ਜਗਾਇਆ ਜਾਵੇ, ਤੇ ਲੋਕਾਂ 'ਚ ਜਿਹੜਾ ਇੱਕ ਰੋਹ ਆ ਉਹ ਜਾਗਿਆ ਹੋਇਆ। ਅਸੀਂ ਮਾੜਾ ਮੋਟਾ ਪ੍ਰੈਸ਼ਰ ਪਾਉਣ ਵਾਲੇ ਪਾਸੇ ਜਾਈਏ ਤੇ ਆਪਦੇ ਜਿਹੜੇ ਉੱਥੇ ਬੈਠੇ ਇੰਨੇ ਦੇਰ ਰਿਸੋਰਸਿਸ ਦਾ, ਸਾਡੇ ਟਾਈਮ ਦਾ, ਸਾਡੇ ਹਰ ਕਾਸੇ ਦਾ, ਬੰਦਿਆਂ ਦਾ ਅਸੀਂ ਨੁਕਸਾਨ ਕਰਾਇਆ। ਅਸੀਂ ਹੁਣ ਜਿਹੜੀ ਗੱਲ ਸਾਨੂੰ ਕਰਨੀ ਚਾਹੀਦੀ ਆ ਉਧਰ ਨੂੰ ਤੁਰਨਾ ਚਾਹੀਦਾ। ਅਦਰਵਾਈਜ਼ ਫੇਰ ਮੋਰਚਾ ਕਿਸ ਪਾਸੇ ਜਾ ਰਿਹਾ ਇਹ ਲੋਕ ਆਪ ਫੈਸਲਾ ਕਰ ਲੈਣਗੇ। ਮੇਰਾ ਫਰਜ਼ ਆ ਸੱਚ ਤੇ ਖੜੇ ਹੋ ਕੇ ਪਿਆਰ ਤੇ ਨਿਮਰਤਾ ਸਹਿਤ ਸੱਚ ਨੂੰ ਸਾਹਮਣੇ ਲੈ ਕੇ ਆਉਣਾ। ਕੱਲ ਨੂੰ ਫੇਰ ਕੋਈ ਗੱਲਬਾਤ ਕਰਾਂਗੇ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਤੇ ਅਸੀਂ ਹਮੇਸ਼ਾ ਕਿਸਾਨੀ ਸੰਘਰਸ਼ ਦੇ ਨਾਲ ਆ, ਪਹਿਲਾਂ ਵੀ ਸੀ, ਹੁਣ ਵੀ ਆ, ਤੇ ਨਾਲ ਹੀ ਖੜੇ ਰਹਾਂਗੇ। ਸਤਿ ਸ੍ਰੀ ਅਕਾਲ ਜੀ।